जी सर, व्हाट्सएप पे कॉल करो ना। ਉਹ ਯਾਰ ਵਿੱਚ ਨਾ ਉਹ ਕਾਲ ਕੋਈ ਨਾ ਕੋਈ ਆ ਜੇ ਨਾ ਫਿਰ ਨਾ ਚੁੱਕੀਏ, ਉਹ ਵਿੱਚ ਫਿਰ ਲਾਮਾ ਬਣ ਜਾਂਦਾ ਕਿ ਭਾਜੀ ਕਾਲ ਕੀਤੀ ਸੀ ਤੇ ਇੰਜ ਤੇ ਇਹ ਤੇ ਉਹ ਸਦਕਾ ਫਿਰ ਜਿਹੜਾ ਨਾ ਮੈਂ ਡਾਇਰੈਕਟ ਕਰਨਾ ਹੋਵੇ ਮਨਸੂ ਸਮਝਣਾ ਕਿ ਤੇਰੇ ਨਾਲ ਗੱਲ ਹੁੰਦੀ ਹੈ ਲੰਬੀ। हम्म। ਉਹਦਾ ਅੱਛਾ ਮੈਨੂੰ ਨਾ ਇੱਕ ਦੋ ਗੱਲਾਂ ਹੋਰ ਦਾ ਪਤਾ ਚੱਲਿਆ। जी। ਇੱਕ ਇੱਕ ਤੇ ਜਿਹੜਾ ਨਾ ਮੈਨੂੰ ਨਾਮ ਮੇਰੇ ਜ਼ਿਹਨ ਚੋਂ ਨਿਕਲ ਗਿਆ ਈ, ਪਾਕਿਸਤਾਨੀ ਬੰਦਾ ਹੈ। ਉਹਨੇ ਨਾ ਗੱਲ ਕੀਤੀ ਸੀ ਕਿ ਭਾਜੀ ਕੁਰਬਾਨੀ ਜਿਹੜੀ ਹੈ ਉਹ ਇਜ਼ਹਾਕ ਦੀ ਹੋਈ ਹੈ। अच्छा। ਉਹ ਮੇਰੇ ਜ਼ਿਹਨ 'ਚ ਇਹ ਸਵਾਲ ਆਇਆ ਕਿ ਈਦ ਉਲ ਅਜ਼ਹਾ ਜਿਹੜਾ ਵੇ ਉਹ ਕਿਉਂ ਕਿਹਾ ਜਾਂਦਾ ਹੈ? ਇਹਦਾ ਲਫ਼ਜ਼ੀ ਮਤਲਬ ਕਿਸੇ ਮੌਲਵੀ ਨੂੰ ਪਹਿਲਾਂ ਹੀ ਸਾਫ਼ ਨਹੀਂ ਹੋਏਗਾ, ਨਹੀਂ ਕਿਉਂਕਿ ਇਹਦੇ ਇਸਾਕ ਦਾ ਤੇ ਅਜ਼ਹਾ ਦਾ ਬੜਾ ਮਤਲਬ, ਅਜ਼ਹਾ ਮੇਰਾ ਖਿਆਲ ਹੈ ਕੁਰਬਾਨੀ ਨੂੰ ਹੀ ਆਉਂਦਾ ਹੈ, ਅੱਛਾ ਮਤਲਬ ਜਾਨਵਰ। ਅੱਛਾ ਮਤਲਬ ਤੈਨੂੰ ਵੀ ਨਹੀਂ ਪਤਾ ਹੈਗਾ ਕਿ ਈਦ ਉਲ ਅਜ਼ਹਾ ਜਿਹੜਾ ਵੇ ਉਹ ਹੁਣ ਵੇਖ ਲੈਂਦੇ, ਗੂਗਲ ਕੋਲ ਪੁੱਛ ਲੈਂਦੇ। ਕੰਪਿਊਟਰ ਤੇ ਬੈਠਾ ਹੈ? ਅੱਛਾ। ਕੰਪਿਊਟਰ ਤੇ ਬੈਠਾ ਹੈ? ਜੀ। ਵੇਖ ਵਾਲਾ ਕੀ ਮਤਲਬ ਈਦ ਉਲ ਅਜ਼ਹਾ ਦਾ ਕੀ ਮਤਲਬ? other festival of sacrifice। ਅੱਛਾ ਸੈਕਰੀਫਾਈਸ ਈਦ ਉਲ ਅਜ਼ਹਾ ਜਿਹੜਾ ਅਰਬੀ ਦਾ ਕੁਰਬਾਨੀ ਦੀ। ਹੈ ਨਾ? ਇਹ ਕੁਰਬਾਨੀ ਹੈ। ਅੱਛਾ ਮਤਲਬ ਈਦ ਉਲ ਅਜ਼ਹਾ ਜਿਹੜਾ ਵਾ ਉਹ ਕੁਰਬਾਨੀ ਹੋਈ। ਅੱਛਾ ਤੇ ਇਹ ਲੇਕਿਨ ਉਹ ਬੰਦਾ ਹੁਣ ਗੱਲ ਕੀ ਕਰਦਾ ਸੀ ਪਿਆ, ਆਂਦਾ ਸੀ ਕਿ ਪੂਰੇ ਕੁਰਾਨ 'ਚ ਕੋਈ ਐਸਾ ਹਵਾਲਾ ਨਹੀਂ ਹੈਗਾ ਜਿਸ ਤੋਂ ਜ਼ਾਹਿਰ ਹੋਏ ਕਿ ਕੁਰਬਾਨੀ ਜਿਹੜੀ ਇਹ ਪਾਕਿਸਤਾਨੀ ਮੌਲਵੀ ਕਰਨ ਡਿਆ, ਇੱਕ ਪ੍ਰੋਫੈਸਰ ਟਾਈਪ ਜਿਹੜਾ ਬੰਦਾ ਹੈ ਉਹ ਗੱਲ ਕਰਦਾ ਪਿਆ ਇੰਗਲਿਸ਼ 'ਚ ਵੀਡੀਓ ਹੈ। ਇੰਗਲਿਸ਼ 'ਚ ਤੈਨੂੰ ਸਮਝ ਲੱਗ ਜਾਂਦੀ ਹੈ? ਮੈਂ ਅਨਪੜ੍ਹ ਨਹੀਂ ਤੇਰੇ ਯਾਰ। ਚੱਲ ਮੈਂ ਨਾ ਤੈਨੂੰ ਵੀਡੀਓ ਕਰਨਾ, ਮੈਂ ਤੇਰੇ ਨਾਲ ਸ਼ੇਅਰ ਕਰਨਾ ਵਾ। ਮੇਰੀ ਗੱਲ ਸੁਣੋ ਨਾ, ਵੀਡੀਓ ਤੋਂ ਮੈਂ ਕੀ ਕਰਨਾ? ਨਾ ਇਸਮਾइल ਦੀ ਕੁਰਬਾਨੀ ਹੋਈ, ਨਾ ਇਸਾਕ ਦੀ ਹੋਈ। ਤੂੰ ਆਪਣੇ ਪੁੱਤਰ ਨੂੰ ਤਕਬੀਰ ਫੇਰ ਮੈਂ ਤੈਨੂੰ 1 ਕਰੋੜ ਰੁਪਇਆ ਦੇਵਾਂਗਾ। ਨਹੀਂ ਮੈਂ ਕਿ ਇਹ ਜਿਹੜੇ ਨੇ ਹੁਣ ਕੁਰਾਨਿਸਟ ਜਿਹੜੇ ਨੇ, ਪਾਗਲ ਹੈ ਤੂੰ, ਪਾਗਲ ਹੈ ਭੈਣ ਚੋਦਾ। ਨਹੀਂ ਕੁਰਾਨ ਅੱਲਾ ਨੂੰ ਕਿਹੜੀ ਲੋੜ ਹੈ ਪਿਓ ਕੋਲ ਪੁੱਤਰ ਔਰ ਉਹਦੀ ਜਿਹੜੀ ਇਹ ਲਾਇਲਟੀ ਮਾਪਣ ਦਾ ਕਿਹੜਾ ਪੈਮਾਨਾ ਕਿ ਪੁੱਤਰ ਨੂੰ ਕੁਰਬਾਨੀ ਫੇਰ ਦੇ, ਤੇ ਬਾਅਦ ਚ ਰਵਾਇਤ ਵਿੱਚ ਇਹ ਵੇ ਕਿ ਉਹਨਾਂ ਨੂੰ ਖਾਬ ਆਇਆ ਤੇ ਇਹ ਹੋਇਆ ਤੇ ਸਭ ਬਕਵਾਸ। ਅੱਛਾ ਮਤਲਬ ਅੱਛਾ ਕੁਛ ਰਵਾਇਤਾਂ 'ਚ ਵੀ ਲਿਖਿਆ ਹੋਇਆ ਕਿ ਉਹਨਾਂ ਨੂੰ ਸਿਰਫ ख्वाब ਹੀ ਆਇਆ ਸੀ, ਪ੍ਰੈਕਟੀਕਲੀ ਕੁਝ ਨਹੀਂ ਸੀ ਹੋਇਆ। ਕੁਝ ਵੀ ਨਹੀਂ, ਅਗਰ ਕੋਈ ਵਾਕਿਆ ਵੀ ਹੈ ਤੇ ਖਾਬ ਦਾ ਹੀ ਹੋਣਾ, ਬਾਕੀ ਸਾਰੇ ਕਿਸੇ ਕਹਾਣੀਆਂ। ਨਹੀਂ ਤੇ ਲੇਕਿਨ ਇਹ ਕਹਿ ਵੇ ਕਿ ਵੀ ਨਾ ਐਸਾ ਹੁਣ ਚੀਜ਼ ਨੂੰ ਯਹੂਦੀ ਵੀ ਮੰਨਦੇ ਨੇ ਪਏ, ਈਸਾਈ ਵੀ ਮੰਨਦੇ ਨੇ ਪਏ, ਮੁਸਲਮਾਨ ਵੀ ਮੰਨਦੇ ਨੇ ਪਏ, ਕੁਝ ਤਿੰਨੇ ਹੀ ਮੰਨਦੇ ਨਾ, ਤਿੰਨੇ ਹੀ ਮੰਨਦੇ ਨੇ, ਯਹੂਦੀ ਵੀ ਮੰਨਦੇ ਨੇ, ਮੁਸਲਮਾਨ ਵੀ ਮੰਨਦੇ ਨੇ, ਈਸਾਈ ਵੀ ਮੰਨਦੇ ਨੇ। ਤੇ ਮੁਸਲਮਾਨ ਵੀ ਇਸੇ ਵਜ੍ਹਾ ਤੋਂ ਮੰਨਦੇ ਨੇ ਕਿ ਯਹੂਦੀਆਂ ਦੀਆਂ ਮੇਰੇ ਖਿਆਲ ਹੈ ਕਿ 23% ਜਿਹੜੀਆਂ ਕਿਸੇ ਕਹਾਣੀਆਂ ਨੇ ਉਹ ਤੁਰਾਤ ਦੀਆਂ ਨੇ ਅਹਾਦੀਸ ਦੇ ਵਿੱਚ। ਠੀਕ ਹੈ। ਤੇ ਮੈਨੂੰ ਤੇ ਉਂਝ ਲੱਗਦਾ ਹੈ ਕਿ ਘੱਟ ਤੋਂ ਘੱਟ ਜਿਹੜੀਆਂ 90% ਚੀਜ਼ਾਂ ਨੇ ਨਾ ਉਹ ਤੁਰਾਤ ਦੀਆਂ ਨੇ। ਨਹੀਂ 23% ਕਰ ਲਓ ਜਿਹੜੀਆਂ ਕਿਸੇ ਕਹਾਣੀਆਂ ਨੇ। ਹਾਂ ਤੇ ਉਹ ਮਕਬੂਲ ਇਸੇ ਵਜ੍ਹਾ ਨਾਲ ਹੋ ਗਈਆਂ ਕਿ ਜਿਹੜੇ ਅਰਬ ਸਨ ਉਹ ਅੱਗੇ ਵੀ ਇਹਨਾਂ ਕਿਸੇ ਕਹਾਣੀਆਂ ਤੋਂ ਵਾਕਿਫ ਸਨ। ਬਜ਼ਬਾਨੇ ਯਹੂਦੀਆਂ ਜਿਹੜੇ ਅਰਬ ਖੇਤਰ ਯਹੂਦੀ ਲੋਕ ਰਹਿੰਦੇ ਸਨ ਕਿਉਂਕਿ ਬੜੇ ਮਿਸ਼ਨਰੀ ਸਨ। ਤਬਲੀਗ ਕਰਨੀ, ਬੜੀ ਮੁਬੱਲਿਗ, ਬੜੇ ਤਾਜਰ ਲੋਕ ਸਨ, ਖਾਂਦੇ ਪੀਂਦੇ ਸਨ, ਲੋਕਾਂ ਦੀਆਂ ਦਾਵਤਾਂ ਕਰਨੀਆਂ, ਆਪਣਾ ਜਿਹੜਾ ਮਜ਼ਹਬ ਦੱਸਣਾ। ਹੁਣ ਤੇ ਉਹ ਤਬਲੀਗ ਨਹੀਂ ਨਾ ਕਰਦੇ, ਹੁਣ ਤੇ ਆਂਦੇ ਨੇ ਜਿਹੜਾ ਬੰਦਾ ਯਹੂਦੀ ਉਹੀ ਜਿਹੜਾ ਪੈਦਾ ਹੋਇਆ ਤੇ ਜਿਹੜਾ ਉਹ ਕਨਵਰਟ ਨਹੀਂ ਹੋ ਸਕਦਾ ਕਿਸੇ ਦੂਸਰੇ ਮਜ਼ਹਬ ਤੋਂ ਯਹੂਦੀ। ਉਦੋਂ ਫਿਰ ਇੰਝ ਅਸੀਂ ਆਮ ਤਬਲੀਗ ਕਰਦੇ ਸਨ ਤੇ ਉਹ ਕਿਸੇ ਕਹਾਣੀਆਂ ਇਸਲਾਮ ਚ ਦਾਖਲ ਹੋ ਗਈਆਂ, ਉਹਦੀ ਕੋਈ ਸੈਂਸ ਨਹੀਂ ਬਣਦੀ। ਅੱਛਾ ਵੈਸੇ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਜਿਹੜੀ ਔਰਤ ਸੀ ਉਹ ਹਜ਼ਰਤ ਹਤੀਜਾ ਸਨ। ਹਜ਼ਰਤ ਹਤੀਜਾ ਉਹ ਯਹੂਦੀ ਸਨ
ਕਿਤੇ ਉਹ ਯਹੂਦੀ ਤੇ ਉਹ ਖੈਰ ਨਹੀਂ ਸਨ। ਉਹਨਾਂ ਦੇ ਜਿਹੜਾ ਸੀ ਨਾ ਇੱਕ ਕੋਈ ਫਸਟ ਕਜ਼ਨ ਜਿਹੜਾ ਸੀ ਉਹ ਯਹੂਦੀ ਆਲਮ ਸੀ ਤੇ ਮੈਂ ਵੀ ਯਹੂਦੀ ਉਹਨਾਂ ਦਾ ਬੈਕਗ੍ਰਾਉਂਡ ਹੋਇਆ। ਉਹ ਕਿਤੇ ਕਾਰਵਾਈ ਉੱਥੋਂ ਤਾਂ ਨਹੀਂ ਪਈ ਹੋਈ ਤੇ ਜਿਹੜੀ ਚੀਜ਼ਾਂ ਐਂਟਰ ਹੋ ਗਈਆਂ ਨੇ ਇੱਧਰ ਵੀ ਐਂਟਰ ਹੋ ਗਈਆਂ? ਨਹੀਂ ਅਦਰ ਦਸਤੀਜਾ ਤੋਂ ਜਿਹੜਾ ਨਾ ਕੋਈ ਚੀਜ਼ ਨਹੀਂ। ਉਹ ਜਿਹੜੀ ਪਹਿਲੀ ਵਹੀ ਹੈ ਨਾ ਇਕਰਾ ਬਰਬ ਕੱਲਾ ਦੀ ਹਾਲਤ ਤੈਨ ਕਰਕੇ ਉੱਥੋਂ ਸ਼ੁਰੂ ਹੁੰਦੀ ਹੈ ਵਹੀ ਦੀ ਕਹਾਣੀ। ਇਹ ਜਿਹੜੇ ਕਿਸੇ ਕਹਾਣੀਆਂ ਨੇ ਨਾ ਕੁਰਬਾਨੀ ਵਾਲੀਆਂ ਦਈਏ ਵਾਲੀਆਂ ਤੇ ਮਹਾਰਾਜ ਵਾਲੀਆਂ, ਇਹ 300 ਸਾਲ ਬਾਅਦ ਰਵਾਇਤ ਸ਼ਾਮਲ ਹੋਈਆਂ ਤਾਰੀਖ ਚ ਤੇ ਫਿਰ ਹਦੀਸ ਚ। ਕੁਰਾਨ ਚ ਤਾਂ ਇਹਨਾਂ ਕਿਸੇ ਕਹਾਣੀਆਂ ਦਾ ਕੋਈ ਜ਼ਿਕਰ ਨਹੀਂ। ਲੇਕਿਨ ਹੈ ਕਿ ਕੁਰਬਾਨੀ ਮਤਲਬ ਸ਼ੁਰੂ ਕਿੱਥੋਂ ਹੋਈ? ਕੁਰਬਾਨੀ ਜਦੋਂ ਲੋਕ ਅੱਗ ਨੂੰ ਪੂਜਦੇ ਸਨ ਤੇ ਸੂਰਜ ਨੂੰ ਪੂਜਦੇ ਸਨ, ਉਦੋਂ ਦੀ ਕੁਰਬਾਨੀ, ਜਾਨਵਰਾਂ ਦੀ ਕੁਰਬਾਨੀ ਉਦੋਂ ਦੀ ਸ਼ੁਰੂ। ਆਹੋ ਗੱਲ ਤਾਂ ਤੇਰੀ ਠੀਕ ਹੈ, ਲੇਕਿਨ ਮੈਂ ਦੱਸਣਾ ਇਜ਼ਾਕ ਤੋਂ ਇਸਮਾਈਲ ਕਿਵੇਂ ਹੋ ਗਿਆ? ਮੈਂ ਤੁਹਾਨੂੰ ਦੱਸਣਾ ਨਾ। ਜਿਹੜੀ ਸੁਪੀਰੀਅਰ ਤੱਕ ਜਿਹਨੂੰ ਲੋਕ ਸਮਝਦੇ ਸਨ ਤੇ ਜਿਹੜੀ ਇਬਾਦਤ ਕਰਦੇ ਸਨ ਉਹਨੂੰ ਖੁਸ਼ ਕਰਨ ਵਾਸਤੇ ਕਿਸੇ ਮਜ਼ਲੂਮ ਦੀ ਕੁਰਬਾਨੀ ਦਿੰਦੇ ਸਨ। ਉਹ ਜ਼ਿਆਦਾਤਰ ਜਾਨਵਰ ਹੀ ਹੁੰਦਾ ਸੀ ਤੇ ਬਾਅਦ ਮਜ਼ਾਹਿਬ ਦੇ ਵਿੱਚ ਕਿਸੇ ਗੁਲਾਮ ਦੀ ਵੀ ਦੇ ਲੈਂਦੇ ਸਨ। ਹਿੰਦੂ ਵੀ ਆਤਿਸ਼ਪ੍ਰਸਤੀ ਆਉਂਦੇ। ਮੈਸੋਪੋਟੇਮੀਆ ਇੱਕ ਤਹਿਜ਼ੀਬ ਸੀ ਇੱਥੇ ਇਰਾਕ ਦੇ ਵਿੱਚ, ਬਾਜ਼ਨਤਾਈਨ ਸੀ ਇੱਕ ਰੋਮ ਦੇ ਵਿੱਚ। ਹਜ਼ਰਤ ਈਸਾ ਤੋਂ ਪਹਿਲਾਂ ਜਿਹੜੀ ਇੱਥੇ ਸੀ ਨਾ ਜਿਹਨਾਂ ਲੋਕਾਂ ਦੀ ਬਾਜ਼ਨਤਾਈਨ ਆਉਂਦੇ ਸਨ ਇਟਲੀ ਚ, ਰੋਮ। ਤੇ ਉਹ ਬਾਜ਼ਨਤਾਈਨ ਹੁਕਮਰਾਨ ਸਨ ਫਲਸਤੀਨ ਦੇ ਵਿੱਚ, ਜਿਹਨੂੰ ਹਜ਼ਰਤ ਈਸਾ ਅਲੈਹਿ ਇਸਲਾਮ ਦਾ ਜ਼ੁਹੂਰ ਹੋਇਆ ਸੀ। ਉਹ ਇਨਸਾਨਾਂ ਦੇ ਕੁੱਤੇ ਦੀ ਬਿੱਲੀ ਦੀ ਉਹ ਕੁਰਬਾਨੀ ਦੇ ਛੱਡਦੇ ਸਨ ਤੇ ਉਹ ਇਨਸਾਨ ਜ਼ਿਆਦਾਤਰ ਗੁਲਾਮ ਹੁੰਦੇ ਸਨ। ਮਜ਼ਹਬ ਦਾ ਜਿਹੜਾ ਨਾ, ਮਜ਼ਹਬ ਦਾ ਕੁਰਬਾਨੀ ਨਾਲ ਕੋਈ ਤਾਲੁਕ ਨਹੀਂ, ਨਾ ਜਾਨਵਰ ਵੱਢਣ ਨਾਲ ਨਾ ਇਨਸਾਨ ਵੱਢਣ ਨਾਲ। ਠੀਕ ਹੈ। ਤੇ ਜਿਹੜੀ ਕੁਰਬਾਨੀ ਹੈ ਨਾ, ਕੁਰਬਾਨੀ ਦੀ ਈਦ ਜਿੱਥੋਂ ਇਹਨਾਂ ਜਾਨਵਰ ਕੁਰਬਾਨ ਕਰਦੇ ਨੇ, ਹੁਣ ਤੇ ਹੈ ਬਹੁਤ ਬਿਲੀਅਨ $1 ਦਾ ਜਿਹੜਾ ਉਹ ਕਾਰੋਬਾਰ ਹੈ ਨਾ ਮੁਸਲਿਮ ਕੰਟਰੀਜ਼ ਦੇ ਵਿੱਚ। ਕਾਰੋਬਾਰ ਹੈ ਹੁਣ ਤਾਂ ਉਹ ਰਿਹਾ ਹੀ ਨਹੀਂ, ਮਜ਼ਹਬੀ ਤਿਉਹਾਰ ਨਹੀਂ ਰਿਹਾ, ਹੁਣ ਤੇ ਇਕਾਨਮੀ ਹੋ ਗਈ। ਬੜੇ ਸਾਰੇ ਲੋਕਾਂ ਦਾ ਰੋਜ਼ਗਾਰ ਨਾਲ ਵਾਬਸਤਾ ਹੈ। 25,000 ਦਾ ਲੇਲਾ ਹੁੰਦਾ, 75,000 ਦਾ ਵਿਕਦਾ। ਸਾਰਾ ਦਿਨ ਭੈਣ ਚ ਕੋਕ ਪਿਆਂਦੇ ਰਹਿੰਦੇ ਨੇ। ਤੁਹਾਨੂੰ ਪਤਾ ਕਿ ਹਫਤਾ ਪੂਰਾ ਕੋਕ ਜਾਂ ਸਪਰਾਈਟ ਪਿਆਈਏ ਲੇਲੇ ਨੂੰ ਮੋਟਾ ਕਰਨ ਵਾਸਤੇ, ਤੇ ਉਹ ਆਰਗਨ ਉਂਝ ਹੀ ਜਵਾਬ ਦੇ ਜਾਂਦੇ ਨੇ, ਕੋਈ ਜ਼ਹਿਰ ਹੋ ਜਾਂਦਾ। ਅੱਛਾ, ਉਹ ਜਿਹੜੀ ਵੱਡੀ ਤੇ ਕੁਰਬਾਨੀ ਦਾ ਮਾਮਲਾ, ਉਹ ਵੱਡੀ ਤੇ ਜਦੋਂ ਅੱਜ ਹੁੰਦਾ ਸੀ ਤੇ ਉਹ ਮਤਲਬ ਤੁਸੀਂ ਬੰਦੇ ਲੈ ਕੇ ਟੁਰ ਗਏ ਉੱਥੇ ਮੱਕੇ, ਮੈਂ ਜਿਹੜਾ ਉਦੋਂ ਟੁਰ ਗਿਆ ਜੀ। ਪੂਰੀ ਦੁਨੀਆ ਦੇ ਜਿਹੜੇ ਅਮਾਲ ਸਨ, ਅਮਾਲ ਮੀਨਸ ਗਵਰਨਰ ਜਾਂ ਉਹ ਲੋਕ ਜਿਹੜੇ ਹਕੂਮਤੀ ਮਸ਼ੀਨਰੀ ਦੇ ਵਿੱਚ ਐਕਟਿਵ ਹੁੰਦੇ ਸਨ, ਉਹਨਾਂ ਨੂੰ ਅਮਾਲ ਆਖਿਆ ਜਾਂਦਾ ਸੀ। ਉਹ ਅਮਾਲ ਜਦੋਂ ਨਾਲ ਹੁੰਦੇ ਸਨ ਤਾਂ ਆਪਣਾ ਜਾਨਵਰ ਵੀ ਨਾਲ ਲੈ ਆਉਂਦੇ ਸਨ ਤੇ ਉੱਥੇ ਆਪਣਾ ਇੱਕ ਦੂਸਰੇ ਦੀ ਦਾਵਤ ਕਰਾਂਦੇ, ਗੋਸ਼ਤ ਖਾਵਾਂ ਪੀਆਂਦੇ। ਉੱਥੇ ਉਹ ਇੱਕ ਦਿਨ ਮਖਸੂਸ ਸੀ, 3 ਦਿਨ ਕੁਰਬਾਨੀ ਹੁੰਦੀ ਹੈ। ਇੱਕ ਦਿਨ ਮਤਲਬ ਜਿਹੜਾ ਉਹ ਪਾਕਿਸਤਾਨ ਵਾਲਿਆਂ ਦੀ ਤਰਫ ਹੁੰਦਾ ਵਾ ਤੇ ਜੀ ਸਾਰੇ ਜਾਨਵਰ ਕੁਰਬਾਨ ਕਰੋ, ਸਾਰਿਆਂ ਨੂੰ ਖਾਓ ਪੀਓ, ਕੋਈ ਡਿਸਕਸ਼ਨ ਕਰੋ ਅੱਗੋਂ ਪੂਰਾ ਸਾਲ ਕੀ ਕਰਨਾ। ਮਤਲਬ ਇਸ ਤਰ੍ਹਾਂ ਹੀ ਹੈ ਤੇ ਐਸੇ ਹੀ ਉੱਥੇ ਮੇਰੇ ਨਜ਼ਦੀਕ ਤੇ ਹੈ। ਇਹ ਜਿਹੜੀ ਹੁਣ ਗਲੀਆਂ ਕੂਚਿਆਂ ਚ ਕੁਰਬਾਨੀ ਵੜ ਗਈ ਹੈ ਨਾ, ਇਹ ਇਰਾਨੀ ਜਦੋਂ ਹਜ਼ਰਤ ਉਮਰ ਨੇ ਈਰਾਨ ਫਤਹ ਕੀਤਾ ਤੇ ਯਹੂਦੀ ਜਿਹੜੇ ਆਲਮ ਸਨ ਉਹਨਾਂ ਦਾ ਜਦੋਂ ਇਨਫਲੂਐਂਸ ਹੋਇਆ ਇਸਲਾਮੀ ਤਾਰੀਖ ਦੇ ਵਿੱਚ, ਉਹਨਾਂ ਫਿਰ ਸ਼ਾਮਲ ਕਰ ਦਿੱਤੀ ਕੁਰਬਾਨੀ। ਕਿਉਂਕਿ ਕੁਰਬਾਨੀ ਦੇ ਕਾਇਲ ਸਨ ਤੇ ਉਹ ਅਕਸਰ ਜਿਹੜਾ ਨਾ ਰਸਮ ਬਣ ਗਈ, ਲੇਕਿਨ ਦੀਨ ਦੇ ਵਿੱਚ ਇਹਦੇ ਨਾ ਕੋਈ ਵਾਜ਼ਿਹ ਨਸ ਨਹੀਂ। ਅੱਛਾ, ਤੇ ਲੇਕਿਨ ਹੈ ਕਿ ਇਸਮਾਈਲ ਤੋਂ ਮਤਲਬ ਇਜ਼ਹਾਕ ਤੋਂ ਇਸਮਾਈਲ ਕਿਵੇਂ ਹੋ ਗਿਆ? ਮਤਲਬ ਜਿਹੜੇ ਈਸਾਈ ਨੇ ਤੇ ਯਹੂਦੀ ਨੇ ਉਹਦੇ ਇਜ਼ਹਾਕ ਦੀ ਸਮਝ, ਇਜ਼ਹਾਕ ਦੀ ਕਹਿੰਦੇ ਨੇ ਕਿ ਇਜ਼ਹਾਕ ਦੀ ਹੋਈ।
ਫਿਰ ਉੱਥੇ ਗੱਲ ਆ ਗਈ। ਹਾਂ ਮੈਂ ਨਾਲ ਇਬਰਾਹਿਮ ਨੇ ਨਾ ਇਸਾਕ ਦੇ ਉੱਤੇ ਛੁਰੀ ਤਰੀ ਹੈ, ਨਾ ਇਬਰਾਹਿਮ ਤੇ ਤਰੀ। ਹਾਂ ਮਤਲਬ ਕੁਰਾਨੇ ਤਰੀ। ਅੱਛਾ ਮਤਲਬ ਕੁਰਾਨੇ ਜਿਹੜੇ ਨੇ ਉਹ ਆਂਦੇ ਨੇ ਕੁਰਬਾਨੀ ਹੋਈ ਕੋਈ ਨਹੀਂ ਸਿਰੇ ਤੋਂ। ਨਹੀਂ ਉਹਨਾਂ ਕਿਉਂ ਅੱਲਾ ਨੂੰ ਕਿਹੜੀ ਲੋੜ ਹੈ ਪੁੱਤਰ ਦੇ ਕਰਵਾਉਣ ਦੀ, ਖਾਬ ਦੀਆਂ ਹੋਣ। ਹਾਂ ਠੀਕ ਹੈ, ਉਹ ਅਗਰ ਕੋਈ ਵਾਕਿਆ ਹੋਏਗਾ ਵੀ ਤਾਂ ਕਿਸੇ ਮੈਟਾਫਰੀ ਤੌਰ ਤੇ ਕੋਈ ਵਾਕਿਆ ਹੋਏਗਾ। ਤੁਹਾਨੂੰ ਪਤਾ ਕਿ ਅਰਬੀ ਚ ਇੱਕ ਲਫ਼ਜ਼ ਦੇ 14 ਮਾਨੇ ਹੁੰਦੇ। ਹਾਂ ਠੀਕ ਹੈ, ਅਰਬੀ ਲੈਂਗੁਏਜ ਇੰਗਲਿਸ਼ ਆ ਰਹੀ ਹੈ। ਅੱਛਾ ਮਤਲਬ ਮਲਟੀ ਜਿਹੜੇ ਨੇ ਉਹਦੇ ਮੀਨਿੰਗ ਹੋ ਸਕਦੇ ਨੇ। ਬਿਲਕੁਲ। ਅਗਰ ਔਰਤ ਤੇ ਗੱਲ ਕਰਦੀ ਹੈ ਤਾਂ ਮਤਲਬ ਹੋਰ ਹੋਏਗਾ। ਮਰਦ ਦੋ ਔਰਤਾਂ ਦੀਆਂ ਕਰਨੀਆਂ ਨੇ, ਮਤਲਬ ਇਹ ਉਸ ਦੋ ਅਰਬੀ ਜਿਹੜਾ ਸੀ ਮੁਆਸ਼ਰਾ ਉਹਦੇ ਚ ਜਿਹੜੇ ਰਾਇਜ ਸਨ, ਉਹਦੇ ਅਲਫਾਜ਼ ਦੇ ਆਦਾਬ ਤੇ ਇਸਤੇਮਾਲ ਉਹਦੇ ਮੁਤਾਬਕ ਜਿਹੜਾ ਨਾ ਉਹ ਬੜੀ ਵੈਰੀਏਟਡ ਜ਼ਬਾਨ ਹੈ, ਉਹਦੇ ਕਈ ਮਾਨੇ ਹੁੰਦੇ। ਹਾਂ ਅੱਛਾ ਹਾਂ ਤੇ ਉਹਦੀ ਵਜ੍ਹਾ ਨਾਲ ਹੀ ਅੱਲਾ ਆਂਦਾ ਕਿ ਅਰਬੀ ਜ਼ਬਾਨ ਜਿਹੜੀ ਹੈ ਬੜੀ ਮਤਨੂੰ ਤੇ ਵੈਰੀਏਟਡ ਜ਼ਬਾਨ ਹੈ। ਵੈਰੀਏਟਡ ਮੀਨਸ ਕਿ ਇਹਦੇ ਚ ਬੜੀ ਵਰਾਇਟੀ ਹੈ। ਡਿਕਸ਼ਨਰੀ ਦਾ ਜਿਹੜਾ ਨਾ ਉਹ ਜ਼ਖੀਰਾ ਅਲਫਾਜ਼ ਦਾ ਜਿਹੜਾ ਉਹ ਕੋਈ ਇਹਦੇ ਚ ਕੋਈ ਕਮੀ ਨਹੀਂ। ਤਾਂ ਅਸੀਂ ਜਿਹੜਾ ਨਾ ਅਸੀਂ ਇਸ ਕੌਮ ਨੂੰ ਤੇ ਜ਼ਬਾਨ ਨੂੰ ਤਾਂ ਮੁੰਤਖਬ ਕੀਤਾ। ਤੇ ਜਦੋਂ ਇਸਲਾਮ ਤੋਂ ਪਹਿਲਾਂ ਅਰਬੀ ਜਿਹੜੇ ਸਨ ਸ਼ਾਇਰ ਜਿਹੜੇ ਸਨ, ਅਸੀਂ ਨਾ ਅਰਬੀ ਜਾਣਦੇ ਹਾਂ ਨਾ ਹੀ ਕਦੀ ਅਰਬੀ ਕਿਸੇ ਸ਼ਾਇਰ ਤੋਂ ਵਾਕਫ। ਹਜ਼ੂਰ ਪਾਕ ਦੇ ਦੌਰ ਤੋਂ ਪਹਿਲਾਂ ਜਿਹੜੇ ਸ਼ਾਇਰ ਸਨ ਉਹ ਬੜੇ ਬਕਮਾਲ ਸ਼ਾਇਰ ਸਨ। ਉਹਨਾਂ ਸ਼ਾਇਰਾਂ ਦੀਆਂ ਜਿਹੜੀਆਂ ਕਿਤਾਬਾਂ ਜਾਂ ਜਿਹੜੇ ਕੋ ਬੱਚੇ ਕੁਚੇ ਉਹਨਾਂ ਦੇ ਨਜ਼ਮਾਂ ਗਜ਼ਲਾਂ ਜੋ ਵੀ ਹੈ ਉਹ ਹੁਣ ਫਰੈਂਚ ਵਿੱਚ ਤੇ ਬਾਅਦ ਚ ਜਰਮਨ ਚ ਬੜੀਆਂ ਜ਼ਬਾਨਾਂ ਤਰਜਮੇ ਹੋਏ ਕਿ ਕੀ ਲੋਕ ਸਨ ਇਹਨਾਂ ਕਿਵੇਂ ਆ ਇਮੈਜੀਨੇਸ਼ਨ ਕਰ ਲਈ ਚੀਜ਼। ਹਾਂ ਤੇ ਉਹ ਮੈਨੂੰ ਜਿਹੜਾ ਲੱਗਦਾ ਨਾ ਮਤਲਬ ਤੇਰੀ ਜਿਹੜੀ ਗੱਲ ਸੁਣ ਕੇ ਮੈਨੂੰ ਜਿਹੜਾ ਲੱਗਦਾ ਅਗਰ ਹਿਸਟਰੀ ਖੋਲ ਕੇ ਵੇਖੀਏ ਨਾ ਤੇ ਇਰਾਨੀ ਜਦੋਂ ਆਤਿਸ਼ਪਰਸਤ ਸਨ ਇਹਨਾਂ ਦੀ ਬਣ ਨਹੀਂ ਸੀ ਹੁੰਦੀ ਇਸਰਾਈਲੀਆਂ ਦੇ ਨਾਲ ਮਤਲਬ ਯਹੂਦੀਆਂ ਦੇ ਨਾਲ। ਇਹ ਹਰ ਵੇਲੇ ਲੜਨ ਨਾਲ ਲੜਦੇ ਹੀ ਰਹਿੰਦੇ ਸਨ। ਉਹ ਮਤਲਬ ਫਰਜ਼ ਕਰਕੇ ਜਿਵੇਂ ਅਗਰ ਇਜ਼ਾਕ ਦੀ ਕੁਰਬਾਨੀ ਹੋਈ ਹੈ ਇਹਨਾਂ ਮਤਲਬ ਕਿ ਕਹਿ ਲੈ ਕਿ ਇਸਮਾਈਲ ਦੀ ਬਣਾ ਕੇ ਤੇ ਜਿਹੜਾ ਵੀ ਉਹ ਸਿਲਸਿਲਾ ਜਿਹੜਾ ਨਾ ਬਿਲਕੁਲ ਹੀ ਵਿਗਾੜ ਛੜਿਆ। ਮਤਲਬ ਕਿ ਨਾਮ ਚ ਇਸਮਾਈਲ ਦਾ ਛੜਿਆ। ਇਸਮਾਈਲ ਦੀ ਤਾਂ ਬਣਾਈ ਗਈ ਹੋਣੀ ਹੈ ਕਿਉਂਕਿ ਉਹ ਸਮਝਦੇ ਸਨ ਕਿ ਇਸਹਾਕ ਦੀ ਨਸਲ ਜਦੋਂ ਕੋਈ ਨਬੀ ਹੋਏਗਾ ਤਾਂ ਉਹਦੇ ਯਹੂਦੀ ਹੀ ਹੋਏਗਾ। ਹਾਂ ਬਿਲਕੁਲ। ਇਸਮਾਈਲ ਦੀ ਮਾਂ ਨੂੰ ਤੇ ਇਸਮਾਈਲ ਨੂੰ ਇੰਝ ਬੇਅਬਾਨ ਜੰਗਲ ਚ ਛੱਡ ਦਿੱਤਾ ਇਬਰਾਹਿਮ ਨੇ ਤੇ ਉਹਦੀ ਹੁਣ ਨਸਲ ਚ ਇੱਕ ਹੀ ਨਬੀ ਹੋਇਆ ਤੇ ਉਹ ਹਜ਼ਰਤ ਹਜ਼ੂਰ ਪਾਕ ਹੋਏ ਨੇ ਕੋਈ ਦੀ ਉਹਨਾਂ ਕੋਲ ਸਟੋਰੀ ਨੂੰ ਮੇਲ ਮਿਲਾਪ ਕਰਨ ਦੀ ਕੋਸ਼ਿਸ਼ ਕੀਤੀ। ਜਦਕਿ ਤੁਹਾਨੂੰ ਪਤਾ ਕਿ ਹੋ ਸਕਦਾ ਕਿ ਹਜ਼ਰਤ ਇਬਰਾਹਿਮ ਦੀ ਲੜੀ ਵਿੱਚੋਂ ਹੀ ਹੁਣ ਹਜ਼ੂਰ ਪਾਕ ਤੇ ਲੇਕਿਨ ਜ਼ਰੂਰੀ ਨਹੀਂ ਕਿ ਨਬੀ ਜਿਹੜਾ ਕਿਸੇ ਨਬੀ ਦੀ ਔਲਾਦ ਚ ਹੀ ਹੋਏ। ਯਕੂਬ ਵੀ ਕਿਸੇ ਦੀ ਔਲਾਦ ਚ ਹੋਇਆ ਸੀ ਨਾ ਤੇ ਉਹ ਨਬੀ ਤਾਂ ਨਹੀਂ ਸੀ ਹੋ ਸਕਦਾ। ਜਾਂ ਯੂਸਫ ਮੂਸਾ ਅੱਲਾ ਫਰਮਾਉਂਦਾ ਮੈਂ ਪੂਰੀ ਦੁਨੀਆ ਦੇ ਇੱਕ ਟਾਈਮ ਚ ਪਤਾ ਨਹੀਂ ਕਿੰਨੇ ਕਿੰਨੇ ਨਬੀ ਭੇਜੇ ਸੀ। ਉਦੋਂ ਕਿਹੜਾ ਗੁਜ਼ਰਾਏ ਸਨ ਕਮਿਊਨੀਕੇਸ਼ਨ ਮਤਲਬ ਆਸਟ੍ਰੇਲੀਆ ਇੱਕ ਜਜ਼ੀਰਾ ਉੱਥੇ ਵੀ ਤਾਂ ਨਬੀ ਹੁੰਦੇ ਹੁਣ। ਅਮਰੀਕਾ ਇੱਕ ਜਜ਼ੀਰਾ ਉੱਥੇ ਵੀ ਆਏ ਹੁੰਦੇ, ਕਨੇਡਾ ਆਏ ਹੁੰਦੇ, ਪੀਰੂ ਆਏ ਹੁੰਦੇ, ਕੋਲੰਬੀਆ ਆਏ ਹੁੰਦੇ, ਵੈਸਟ ਇੰਡੀਜ਼ ਇੱਕ ਜਜ਼ੀਰਾ ਆਏ ਹੁੰਦੇ, ਵੀਅਤਨਾਮ ਆਏ ਹੁੰਦੇ, ਹਿੰਦੁਸਤਾਨ ਆਏ ਹੁੰਦੇ। ਮੈਂ ਤਾਂ ਪਿੱਛੇ ਜੇ ਆਲਮ ਦਾ ਉਹਨੇ ਬੜਾ ਫੱਡਾ ਪਾਇਆ ਸੀ ਸਾਰੀ ਮੇਰੀ ਉਹ ਮੁਸਲਮਾਨ ਆਲਮ ਸੀ ਇੰਡੀਆ ਦਾ। ਉਹਨੇ ਨਾ ਜਿਹੜੇ ਕ੍ਰਿਸ਼ਨ ਨੇ ਉਹ ਪਹਿਲੇ ਨਬੀ ਨੇ ਹਿੰਦੁਸਤਾਨ ਅੱਲਾ ਦੇ ਉਹ ਨਬੀ ਸੀ। ਇਹਨਾਂ ਬਾਅਦ ਚ ਉਹਨੂੰ ਪੂਜਾ ਪਾਠ ਦਾ ਜਿਹੜਾ ਜ਼ਰੀਆ ਬਣਾ ਲਏ ਉਹ ਨਬੀ ਸੀ। ਹਜ਼ਰਤ ਆਦਮ ਦਾ ਪੁੱਤਰ ਸੀ ਇੰਝ ਕਰਕੇ ਆਉਂਦਾ। ਆਉਂਦਾ ਭਾਰਤ ਜਿਹੜਾ ਨਾ ਭਾਰਤ ਉਹ ਵੀ ਜਿਹੜਾ ਸੀ ਨਾ ਭਾਰਤ ਲਫ਼ਜ਼ ਜਿਹੜਾ ਉਹ ਹਜ਼ਰਤ ਆਦਮ ਦਾ ਕੋਈ ਪੁੱਤਰ ਸੀ ਭਾਰਤ ਜਾਂ ਹਜ਼ਰਤ ਆਦਮ ਦਾ ਜਿਹੜਾ ਨਾ ਉਹ ਇੱਥੇ ਲਕਬ ਸੀ ਕਿਉਂਕਿ ਉਹ ਸ੍ਰੀਲੰਕਾ ਦੇ ਇਲਾਕੇ ਸਨ ਹਜ਼ਰਤ ਆਦਮ ਸ਼ੁਰੂ ਚ। ਬਾਅਦ ਚ ਉਧਰ ਗਏ ਨੇ ਅਫਰੀਕਾ ਤੇ ਅਰਬ ਵੱਲ ਤੇ ਉਹ ਆਉਂਦੇ ਨੇ ਕੋਈ ਸਾਰੀ ਜ਼ਿੰਦਗੀ ਸ੍ਰੀਲੰਕਾ ਤੇ ਇਸ ਪੂਰੇ ਖਿੱਤੇ ਚ ਫਿਰਦੇ ਟੁਰਦੇ ਰਹੇ ਨੇ। ਜਿੱਥੇ ਕੋਈ ਸਬਜ਼ਾ ਹੋਇਆ ਜਿੱਥੇ ਫਲ ਹੋਏ ਨੇ ਉੱਥੇ 6 ਮਹੀਨੇ ਗੁਜ਼ਾਰੇ ਤੇ ਫਿਰ ਅੱਗੇ ਤੇ ਭਾਰਤ ਜਿਹੜਾ ਹਜ਼ਰਤ ਆਦਮ ਦਾ ਨਾਂ ਸੀ। ਆਹੋ ਇਹ ਚੀਜ਼ ਮੁਮਕਿਨ ਹੈ ਕਿ ਇੱਕ ਚੀਜ਼ ਹੋਈ ਹੋਏ ਤੇ ਪਰ ਹਾਲ ਜਿਹੜਾ ਵੀ ਤੇਰੇ ਜ਼ੇਨ ਚ ਕਿਹੜਾ ਕੋਈ ਐਸਾ ਤਰੀਕਾ ਹੋਣਾ ਚਾਹੀਦਾ ਕਿ ਜਿਵੇਂ ਮਤਲਬ ਕਿ ਲੋਕਾਂ ਨੂੰ ਬੰਦਾ ਐਜੂਕੇਟ ਕਰੇ
ਕਿ ਜਿਹੜਾ ਮਤਲਬ ਕਿ ਫਰਜ਼ ਕਰਕੇ ਜਿਵੇਂ ਐਵੇਂ ਕੁਰਬਾਨੀ ਨੂੰ ਹਵਾ ਦਾ ਘੋੜਾ ਹੀ ਬਣਾ ਛੜਿਆ ਤੇ ਕਹਿ ਲਾ ਕਿ ਮੈਂ ਆਪੇ ਦੋ ਸ਼ਰੀਕਾਂ ਨੂੰ ਅੱਗ ਲਾਉਣ ਵਾਸਤੇ ਤੇ ਮੂੰਹ ਰੱਖਣ ਵਾਸਤੇ 2 ਲੈ ਲੈ ਭੈਣ ਕੁਰਬਾਨ ਕੀਤੇ 70,000 ਤੈਨੂੰ ਕਿਹੜੀ ਲੋੜ ਲੱਗਣ ਆਹੋ ਉਹ ਪਤਾ ਕੀ ਹੈਗਾ ਕਿ ਉਹ ਬਲਕਿ ਉਹਨਾਂ ਲੈ ਲਿਆ ਮੈਂ ਆਹੋ ਆਹੋ ਉਹ ਮੇਰੀ ਗੱਲ ਸੁਣੋ 1 ਮਿਲੀਅਨ ਡਾਲਰ ਦਾ ਨੁਸਖਾ ਅਗਰ ਤੁਹਾਡੇ ਭੇਜੇ ਚ ਆ ਜੇ ਵੈਸੇ ਆ ਨਹੀਂ ਸਕਦਾ ਕਿਉਂਕਿ ਤੁਸੀਂ ਹਲੇ ਹੁਣ ਸ਼ੁਰੂ ਹੋਏ ਬਾਬਾ ਸੀ ਡਾਕਟਰ ਇਮਰਾਨ ਨੂੰ ਜਾਣਦਾ ਸਨ ਹਾਂਜੀ ਹਾਂਜੀ ਆਹੋ ਬਿਲਕੁਲ ਮੈਨੂੰ ਪਤਾ ਆ ਗਿਆ ਯਾਦ ਉਹਨਾਂ ਦਾ ਜਿਹੜਾ ਵਾਲਦ ਸੀ ਨਾ ਮੇਰਾ ਦੋਸਤ ਸੀ ਦੋਸਤ ਉੱਥੇ ਹੀ ਬਣਿਆ ਜੀ ਅਸਰ ਲੈ ਗਿਆ ਮੈਨੂੰ ਦਵਾਈ ਲੈਣ ਵਾਸਤੇ ਤੇ ਉੱਥੇ ਕਿਤਾਬਾਂ ਪਈਆਂ ਸਨ ਮੇਰੇ ਕੋਲ ਕਿਤਾਬਾਂ ਨੇ ਤੇ ਜੀ ਬੜੀ ਗਹਿਰੀ ਦੋਸਤੀ ਹੋ ਗਈ ਤੇ ਪਿੱਛੇ ਜੇ ਫੋਟੋ ਹੋਏ ਨੇ ਉਹ ਤਾਂ ਹੁਣ ਤੱਕ ਬੜਾ ਜਿਹੜਾ ਨਾ ਵਾਰ ਨੂੰ ਸਾਰਾ ਦਿਨ ਬਹਿਣਾ ਬੜੀ ਗੱਪਸ਼ਪ ਅੱਛਾ ਉਦੋਂ ਜਦੋਂ ਮੈਂ ਤੁਹਾਡੇ ਕੋਲ ਆਇਆ ਸਾਂ ਉਦੋਂ ਮੈਂ ਮਤਲਬ ਬੜਾ ਅਗਰੈਸਿਵ ਸਾਂ ਤੁਹਾਨੂੰ ਤਾਂ ਨਹੀਂ ਸਾਨੂੰ ਜ਼ਾਹਿਰ ਵੀ ਹੁੰਦਾ ਹੋਣਾ ਬਾਕੀ ਮੈਂ ਬੜੀ ਸ਼ਿੱਦਤ ਦਾ ਅਗਰੈਸਿਵ ਅੱਗ ਲੱਗੀ ਸੀ ਬਹੁਤ ਜ਼ਿਆਦਾ ਜਦੋਂ ਕਿ ਚੀਜ਼ ਦਾ ਨਾਲੇਜ ਹੋਏ ਤੇ ਲੋਕਾਂ ਨੂੰ ਨਾ ਹੋਏ ਤੇ ਬੰਦਾ ਆਪਣੇ ਆਪ ਨੂੰ ਜਿਹੜਾ ਕੁਝ ਸਮਝਦਾ ਮੈਂ ਕੋਈ ਖਾਸ ਹਾਂ ਤੇ ਇਹ ਵੀ ਸਮਝਦਾ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਪਰ ਉਹਨਾਂ ਨੂੰ ਕੀ ਪਤਾ ਲੱਗੇ ਬਿਲਕੁਲ ਈਵਨ ਮੈਨੂੰ ਆ ਗਿਆ ਕਿ ਤੂੰ ਭੈਣ ਚ ਕਤਲ ਹੋ ਜਾਣਾ ਮੈਂ ਜਮਾ ਨਹੀਂ ਪੜ੍ਹਦਾ ਮੈਨੂੰ ਇੱਕ ਦਿਨ ਆਉਂਦੇ ਨੇ ਮੁੰਡੇ ਇੱਥੇ ਜਮਾ ਨਹੀਂ ਪੜ੍ਹਦਾ ਮੈਂ ਕੋਈ ਰਸਾਲਾ ਵੀ ਪੜ੍ਹਦਾ ਸਾਂ ਮੈਂ ਜਮਾ ਇੱਥੇ ਪੜ੍ਹ ਰਿਹਾ ਉਹ ਜਨਾਬ ਅਰਸ਼ਦ ਨੇ ਸਾਰਿਆਂ ਰੌਲਾ ਪਾਤਾ ਉਹਨਾਂ ਵਾਸਤੇ ਬੜੀ ਅਜੀਬ ਗੱਲ ਹੈ ਤੇ ਬੰਦੇ ਨੇ ਵਟਸਐਪ ਕੀ ਮੈਚ ਕੀ ਚੱਲਦਾ ਮਾਰ ਮੈਂ ਉਹਨੂੰ ਗੱਲ ਸਮਝੀ ਜਾਂਦਾ ਗੱਲ ਤਾਂ ਬਿਲਕੁਲ ਠੀਕ ਕਰਨਾ ऐसे टकरा मार के आए हैं लेकिन मकसद है कि यार गल करने की नहीं जरूरत हुआ कि यार नहीं मेरे कपड़े नहीं साफ या मेरा मूड दई या पढ़ लिया मैं जो भी जाहिल लोग बच्चे भी को कराने से मुंडिया का तो मैंने नहीं पता एक पोतरा है सू ते जेड़ा मुंडा सो ना नहीं वो ते जेड़ा बाबा सी ना एथीस्ट हो गया कुरानिस्ट नहीं सी एथीस्ट अच्छा एथीस्ट हो गया बड़ा मतलब कट्टर किस्म का तो बड़ा अच्छा ते वो एक दिन तुसी यकीन नहीं करना उन्हें को 10-12 बंदे इकट्ठे कर दे हले भी बंदे मैं नाम नहीं ले सकता तुसी उन्हें जानते भी नहीं होने हले भी बंदे मेरा किसी ना किसी वाय ना मिलन गिले ने अच्छा काफी सारे लोग ने जेडे लेदे ने अच्छा तो हुन लोग ना नहीं लेंदे ते सारी मेरी फैक्ट्री ओनर है इथे इलेक्शन भी लड़दे अच्छा नहीं तो ਤੁਹਾਡਾ ਮਤਲਬ ਕੁਰਾਨਿਸਟ ਜਿਹੜੇ ਨੇ ਜਾਂ ਐਥੀਸਟ ਜਿਹੜੇ ਨੇ ਸਾਡੇ ਇੱਥੇ ਵਾਵਾ ਹੀ ਨੇ ਫਿਰ ਕੁਰਾਨਿਸਟ ਨੂੰ ਐਥੀਸਟ ਨਾਲ ਨਾ ਮਿਲਾਓ ਕੁਰਾਨਿਸਟ ਉਹੀ ਕੁਰਾਨਿਸਟ ਐਥੀਸਟ ਬੰਦਾ ਜਿਹਨੂੰ ਉਹ ਸਵਾਲਾਂ ਦਾ ਜਵਾਬ ਨਾ ਲੱਭੇ ਤੇ ਜੇ ਲੱਭ ਜਾਏਗਾ ਉਹ ਹੋਰ ਨਾ ਕਰੇ ਫਿਰ ਉਹ ਰਿਹਾ ਰਹਿੰਦਾ ਮੈਂ ਸਮਝਦਾ ਮਜ਼ਹਬ ਕੋਈ ਵੀ ਮਜ਼ਹਬ ਈਸਾਈ ਹੈ ਤੇ ਉਹ ਬੁੱਧ ਹੈ ਉਹ ਯਹੂਦੀਜ਼ਮ ਹੈ ਉਹ हिंदुइज्म कोई भी दुनिया का मजहब मजहब 3 चीज़ां सिखांदा कि कोई सुप्रीम पावर है उन्हें सानू बनाया तो सारी कायनात नू बनाया बिल्कुल दूसरी चीज है उन्हें सानू दुनिया दे भेजा कुछ अच्छे अमल करो तीसरी गल है तुहानू या मरण तो बाद नफा होएगा या नुकसान होएगा अगर ये 3 चीज़ां कट दईए ਤੇ ਫਿਰ ਮੈਂ ਭਾਲ ਕੇ ਜਿਹੜਾ ਸਾਰਿਆਂ ਨੂੰ ਮਾਰ ਕੁੱਟ ਜਾਵਾਂ ਕਤਲ ਕਰ ਜਾਵਾਂ ਜਿਹੜਾ ਇਹਨਾਂ ਕੋਲ ਮਾਲ ਜਾਂ ਜਿਹੜੀਆਂ ਚੀਜ਼ਾਂ ਨੇ ਖਿਆਲ ਲਵਾਂ ਜਿਹਨੂੰ ਮੈਨੂੰ ਮਰਨ ਤੋਂ ਬਾਅਦ ਜਾਂ ਦੁਨੀਆ 'ਚ ਵੀ ਕਿਸੇ ਬਦੀ ਕਰਨ ਤੋਂ ਬਾਅਦ ਕਿਸੇ ਦਾ ਖੌਫ ਹੀ ਨਹੀਂ ਤੇ ਫਿਰ ਤੇ ਚੀਜ਼ ਖਤਮ ਹੋ ਗਈ ਨਾ ਫਿਰ ਤੇ ਇਨਸਾਨ ਨੂੰ ਵੜ ਛੱਡੇਗਾ ਬਿਲਕੁਲ ਇਹਦਾ ਮੈਂ ਸਮਝਦਾ ਕਿ ਮਜ਼ਹਬ ਵਾਕਈ ਹੈ ਠੀਕ ਹੈ ਤੇ ਉਹ ਮਤਲਬ ਇਹ ਜ਼ਰੂਰੀ ਨਹੀਂ ਕਿ ਇਸਲਾਮ ਹੀ ਫਰਜ਼ ਕਰੋ ਇੱਕ ਸੱਚਾ ਦੀਨ ਹੈ ਈਸਾਈਅਤ ਹੀ ਸੱਚੀ ਹੈ ਜਾਂ ਯਹੂਦੀ ਸੱਚੇ ਨੇ ਕੋਈ ਵੀ ਮਤਲਬ ਉਹਦੇ 'ਚ 3 ਚੀਜ਼ਾਂ ਨੇ ਤੇ 3 ਚੀਜ਼ਾਂ ਨਾਲ ਇਨਸਾਨੀਅਤ ਅੱਛਾ ਵੈਸੇ ਮੈਨੂੰ ਪਤਾ ਕੀ ਲੱਗਦਾ ਕਿ ਇਸ ਟਾਈਮ ਸਾਊਦੀ ਅਰਬ ਵਾਲੇ ਦੁਬਈ ਵਾਲੇ ਜਿਹੜੇ ਨੇ ਨਾ ਆਪਣੇ ਮਜ਼ਹਬ ਨੂੰ ਪਾਕਿਸਤਾਨ ਨਾਲੋਂ ਜ਼ਿਆਦਾ ਬਿਹਤਰ ਸਮਝਦੇ ਨੇ ਪਏ ਉਹਨਾਂ ਇਹਦੇ 'ਚ ਹੀ ਜਿਹੜਾ ਨਾ ਬਿਹਤਰੀ ਸਮਝੀਏ ਕਿ ਭਾਜੀ ਜਿਹੜਾ ਕਿ ਕੱਲ ਨੂੰ ਚਾਈਨਾ ਨੇ ਆ ਕੇ ਜਿਹੜਾ ਨਾ ਦਬੜਦੂਸ ਕਰਨਾ ਉਸ ਤੋਂ ਪਹਿਲਾਂ ਜਿਹੜਾ ਨਾ ਇਕੱਠੇ ਹੋ ਜਾਈਏ ਜਿਵੇਂ ਫਰਜ਼ ਕਰਕੇ ਇਸਰਾਈਲ ਨਾਲ ਸੁਲ੍ਹਾ ਕਰ ਲਈ ਇਸਰਾਈਲ ਨੂੰ ਤਸਲੀਮ ਕਰ ਲਿਆ
ਕਰ ਲਿਆ ਉਹਨਾਂ। ਤੇ ਚਾਈਨਾ ਤੇ ਜਿਹੜਾ ਭਾਜੀ ਮੁਸਲਮਾਨਾਂ ਨੂੰ ਵੱਢੀ ਜਾਣ ਡਿਆ ਦਾ, ਉਸ ਵੇਖੀ ਰਿਪੋਰਟ ਉਹ ਭਾਜੀ ਪਿੰਡ ਦੇ ਪਿੰਡ ਹੀ ਉਹਨੇ ਖਤਮ ਕਰ ਛੜੇ ਨੇ। ਉਹ ਤੇ ਹੋ ਗਏ ਨਾ, ਉਹ ਤਾਂ 10 ਸਾਲ ਪਹਿਲਾਂ ਦੇ ਹੋ ਗਏ ਜੇ। ਉਹ ਤਾਂ ਮਸਜਿਦਾਂ ਖਤਮ ਹੋ ਗਈਆਂ ਜੋ ਉੱਥੇ ਇੰਡਸਟਰੀ ਲੱਗ ਗਈ ਹੈ। ਉਹ ਤੇ ਆਪਣੇ ਮੁਲਕ ਜੀ ਜੋ ਕੁਝ ਉਹਨੇ ਕਰਨਾ ਬਾਹਰ ਕੀ ਕਰ ਸਕਦਾ, ਕੁਝ ਵੀ ਨਹੀਂ। ਤੇ ਉਹ ਕਾਫੀ BBC ਦੇ ਲੋਕ ਉੱਥੇ ਗਏ ਨੇ, ਉਹਨਾਂ ਪਹਿਲੀਆਂ ਵੀ ਤਸਵੀਰਾਂ ਸੈਟਲਾਈਟ ਦੀਆਂ ਹੋਈਆਂ ਨੇ, ਕੁਝ ਏਡੀ ਵੱਡੀ ਮਸਜਿਦ, ਵੱਡੀਆਂ ਮਸਜਿਦਾਂ ਉੱਥੇ ਹੁਣ ਛੱਡੀਆਂ ਮੈਦਾਨ ਨੇ। ਤੇ ਇੱਕ ਤੇ ਉਹ ਮਸਜਿਦ ਪੇ ਸ਼ਹੀਦ ਕਰਦੇ ਸਨ ਤੇ ਉਹ ਕਿਰੇ ਚੋਰੀ ਛੁਪੇ ਟੁੱਟ ਗਿਆ, ਉਹਨੂੰ ਜਨਾਬ ਉਹਨੇ ਲੜਨ ਲੱਗ ਪਿਆ, ਉਹਨੂੰ ਫੜੇ, ਉਹਦਾ ਕੈਮਰਾ ਤਰੋੜੇ ਹੈ, ਉਹ ਬੰਦਾ ਉਹ ਗੱਡੀ ਬੈਠ ਨੱਸਾ। ਤੇ ਉਹ ਮੁਸਲਮਾਨਾਂ ਦਾ ਇਹਨਾਂ ਦਾ ਸਾਰਾ ਜ਼ੋਰ ਹੀ ਜਿਹੜਾ ਨਾ ਆਪਣੀ ਆਇਡੈਂਟੀਟੀ ਤੇ ਆਪਣੇ ਉਹ ਫੰਡਾਮੈਂਟਲ ਤੇ ਮਤਲਬ ਮਖਸੂਸ ਦਾੜੀ ਰੱਖਣੀ ਹੈ, ਟੋਪੀ ਪਾਣੀ ਹੈ, ਮਖਸੂਸ ਗੱਲਾਂ ਕਰਨੀਆਂ ਨੇ। ਉਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਉਹ ਚਾਰ ਦੀਵਾਰੀ ਦੇ ਅੰਦਰ ਕਰਨ ਵਾਲੀਆਂ ਨੇ, ਜਿਹੜੀਆਂ ਸਰੇਆਮ ਕਰਦੇ ਨੇ। ਭਾਜੀ ਉਹ ਮੇਰੇ ਨੋਟਿਸ 'ਚ ਆਇਆ ਕਿ ਇਸ ਟਾਈਮ ਜਿਹੜੇ ਕਹਿ ਲੈ ਕਿ ਇੰਡੀਅਨ ਜਿਹੜੇ ਇਥੀਅਸ ਨਹੀਂ ਨਾ ਜਾਂ ਐਕਸ ਮੁਸਲਿਮ ਨਹੀਂ ਜਿਹੜੇ ਭਾਜੀ ਉਹ ਬਹੁਤ ਐਕਟਿਵ ਹੋਏ ਨੇ। ਮੇਰੇ ਵਿੰਦਿਆਂ ਹੀ ਮੈਂ ਕੁਝ 10 ਤੋਂ 15 ਬੰਦੇ ਐਸੇ ਵੇਖੇ ਨੇ ਕਿ ਓਪਨ ਚੈਲੰਜ ਕਰਦੇ ਨੇ ਕਿ ਭਾਜੀ ਆਓ ਤੇ ਆ ਕੇ ਸਾਡੇ ਨਾਲ ਗੱਲ ਕਰੋ। ਉਹਨਾਂ ਦਾ ਮੂੰਹ ਵੀ ਭੱਜ ਜਾਂਦਾ, ਉਹਨਾਂ ਕੋਲ ਕੋਈ ਗੱਲ ਨਹੀਂ ਸਾਲਿਆਂ ਕੋਲ। ਉਹ ਨਹੀਂ, ਮੈਂ ਜਿਹੜੇ ਮੈਂ ਤੇ ਮੇਰੇ ਨੋਟਿਸ 'ਚ ਆਏ ਨਹੀਂ ਨਾ 4-5, ਉਹਨਾਂ ਦਾ ਮੈਂ ਤੈਨੂੰ ਭੇਜਾਂਗਾ, ਲਿੰਕ ਭੇਜਾਂਗਾ, ਉਹ ਵੇਖੀ ਜਰਾ ਵੀਡੀਓ ਵੇਖੀ ਉਹਨਾਂ ਦੀ। ਉਹ ਜਿਹੜੇ ਜਿੰਨੇ ਵੀ ਨੇ ਨਾ ਉਹ ਕਿਸੇ ਮੌਲਵੀ ਤੇ ਉਹ ਲਾਜਵਾਬ ਹੋ ਜਾਏਗਾ, ਮੌਲਵੀ ਨੂੰ ਤਾਂ ਉਹਨਾਂ ਗੱਲਾਂ ਦਾ ਪਤਾ ਹੀ ਨਹੀਂ। ਤੇ ਉਹਨਾਂ ਦਾ ਸਿਰਫ ਇੱਕ ਹੀ ਤੌਰ ਹੈ, ਕੁਰਾਨਿਸਟ ਕੋ ਬੰਦਾ ਹੋਏ ਤੇ ਉਹਨਾਂ ਨੂੰ ਕੋਈ ਜਵਾਬ ਦੇ ਸਕਦਾ। ਮੌਲਵੀਆਂ ਤੋਂ ਤੇ ਬਹੁਤ ਉੱਪਰ ਨੇ। ਆਹੋ, ਤੇ ਉਹ ਮੌਲਵੀ ਤੇ ਕਹਿ ਲਾ ਕਿ ਕੋਈ ਜਿਹੜਾ ਨਾ 1 ਮਿੰਟ ਨਹੀਂ ਕੱਢਦਾ। ਮੈਂ ਕੁੱਦਾ 8-10 ਮੌਲਵੀ ਵੇਖੇ ਨਹੀਂ, 1-2 ਕਰਾਚੀ ਦਾ ਵੇਖਿਆ ਹੀ, ਮਤਲਬ ਕਿ ਉਹਨੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ 3 ਤੋਂ 4 ਮਿੰਟ ਗੱਲ ਕੀਤੀ ਹੈ ਤੇ ਬਸ ਫਾਰਗ ਹੋ ਗਿਆ। ਅੱਛਾ ਜੀ ਮੈਂ ਜਿਹੜਾ ਨਾ ਇਹਦੇ ਹਵਾਲੇ ਲੈ ਕੇ ਆਉਣਾ, ਰੈਫਰੈਂਸ ਲੈ ਕੇ ਆਉਣਾ, ਮੈਂ ਹੁਣ ਲਗਾ ਤੇ ਮੈਂ ਜਾਣ ਲਗਾ, ਉਹ ਬਸ ਇੰਝ ਹੀ ਹੁੰਦਾ ਹੀ ਪਿਆ। ਤੇ ਮੌਲਵੀਆਂ ਕੋਲ ਨਾ ਕਿਸੇ ਕਹਾਣੀ ਆ, ਉਹ ਮੰਗਦੇ ਨੇ ਸਬੂਤ। ਉਹਨਾਂ ਨੇ ਭਾਜੀ ਸਬੂਤ ਬੜਾ ਫਰਕ ਹੈ। ਕਿ ਜੋ ਵਿੱਚ ਲਿਖਿਆ ਹੋਇਆ ਉਹ ਦੱਸੋ ਸਾਨੂੰ, ਮਤਲਬ ਕਿ ਆਪਣਾ ਜਿਹੜਾ ਨਾ ਕਹਾਣੀਆਂ ਨਾ ਸਾਨੂੰ ਸੁਣਾਵੋ ਕਿ ਇੰਝ ਹੁੰਦੇ ਤੇ ਉਂਝ ਹੁੰਦੇ। ਇਹਨੂੰ ਕਿਹਾ ਠੀਕ ਹੈ ਜੀ, ਵਜਦ ਕਈ ਆਂਦੇ ਨੇ ਗੋਲਾ ਹੈ ਹੀ ਕੋਈ ਨਹੀਂ ਸੀ।